ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਨੇਤਾ ਪ੍ਰਤੀ ਦੀ ਤਰ੍ਹਾਂ ਜੁੜ ਮਿਲ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਭੁੱਲਿਆਂ ਭਟਕਿਆਂ ਮਾਇਆ ਗ੍ਰਸੇ ਹੋਏ ਜੀਵਾਂ ਨੂੰ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਦੀ ਹਜ਼ੂਰੀ ਦੀ ਗੋਦ ਦੀ ਦਾਤ ਬਖਸ਼ੀ ਹੈ ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਅਦਬ ਔਰ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਵਿਖੇ 15 ਭਗਤ ਸਹਿਬਾਨਾਂ ਦੀ ਬਾਣੀ ਸੁਭਾਈਮਾਨ ਹੈ ਔਰ ਉਹਨਾਂ 15 ਭਗਤਾਂ ਚੋਂ ਜਿਹੜੇ ਸ਼੍ਰੋਮਣੀ ਭਗਤ ਹਨ, ਭਾਵ ਜਿਨ੍ਹਾਂ ਦੀ ਬਾਣੀ ਸਭ ਤੋਂ ਜ਼ਿਆਦਾ ਹੈ, ਉਹਨੇ ਭਗਤ ਕਬੀਰ ਸਾਹਿਬ ਜੀ। ਔਰ ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਉਹਨਾਂ ਨੇ ਬਹੁਤ ਇਨਕਲਾਬੀ ਵਿਚਾਰਾਂ ਆਪਣੇ ਸ਼ਬਦਾਂ ਤੇ ਸਲੋਕਾਂ ਦੇ ਰਾਹੀਂ ਬਖਸ਼ਿਸ਼ ਕੀਤੀਆਂ ਹਨ। ਉਹਨਾਂ ਦੀ ਇਨਕਲਾਬੀ ਆਵਾਜ਼ ਸਦਕਾ, ਬੁਲੰਦ ਆਵਾਜ਼ ਸਦਕਾ ਔਰ ਸੱਚੇ ਸੁੱਚੇ ਇਨਕਲਾਬੀ ਬੋਲਾਂ ਸਦਕਾ ਇੱਕ ਨਵੀਂ ਕਿਸਮ ਦੀ ਕ੍ਰਾਂਤੀ ਨੇ ਵੀ ਜਨਮ ਲਿਆ, ਜਿਸ ਕ੍ਰਾਂਤੀ ਤੋਂ ਬਾਕੀ ਭਗਤਾਂ ਦਾ ਜੀਵਨ ਵੀ ਪ੍ਰਭਾਵਿਤ ਹੋਇਆ ਤੇ ਬਾਕੀ ਭਗਤਾਂ ਨੇ ਵੀ ਕਬੀਰ ਸਾਹਿਬ ਜੀ ਦੀ ਤਰ੍ਹਾਂ ਵਹਿਮਾਂ ਭਰਮਾਂ, ਜਾਤ ਪਾਤ ਤੇ ਹੋਰ ਜੋ ਸਮਾਜ ਅੰਦਰ ਜਗਤ ਅੰਦਰ ਕੁਰੀਤੀਆਂ ਫੈਲੀਆਂ ਹੋਈਆਂ ਸਨ, ਉਹਨਾਂ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ। ਤੇ ਜਦੋਂ ਹੁਣ ਇਹ ਭਗਤ ਸੱਚ ਬੋਲਦੇ ਹਨ, ਸੱਚ ਦੀ ਆਵਾਜ਼ ਬੁਲੰਦ ਕਰਦੇ ਹਨ, ਤੇ ਇਹ ਵੇਖੋ ਕੁਦਰਤੀ ਗੱਲ ਹੈ। ਆਪਾਂ ਪਿਛਲਾ ਜਿੰਨਾ ਇਤਿਹਾਸ ਹੈ ਪੜ੍ਹ ਕੇ ਵੇਖੀਏ, ਜਿਹੜੀ ਗੱਲ ਗੁਰੂ ਨੇ ਬਾਣੀ 'ਚ ਕਹੀ ਹੈ
ਸੰਸਾਰ ਦਾ ਇਤਿਹਾਸ ਉਸ ਚੀਜ਼ ਦੀ ਪ੍ਰਤੱਖ ਵਿਆਖਿਆ ਕਰਦਾ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਸੱਚ ਬੋਲਣਾ ਬੜਾ ਔਖਾ ਹੈ, ਕਿਉਂਕਿ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਸਾਡੇ ਸਾਹਮਣੇ ਹੁੰਦੀਆਂ ਹਨ। ਡਰ, ਭੈ, ਕਈ ਵਾਰ ਰਿਸ਼ਤੇ ਨਾਤੇ ਟੁੱਟਣ ਦੇ ਡਰ ਕਰਕੇ ਵੀ ਬੰਦਾ ਸੱਚ ਨੂੰ ਲੁਕਾ ਲੈਂਦਾ ਹੈ ਕਿ ਜੇ ਮੈਂ ਸੱਚ ਬੋਲਿਆ ਇਹਦਾ ਕੋਈ ਨਤੀਜਾ ਹੋਰ ਹੀ ਨਾ ਉਲਟ ਹੋ ਜਾਏ, ਮੇਰੇ ਆਪਣੇ ਹੀ ਮੇਰੇ ਤੋਂ ਦੂਰ ਨਾ ਹੋ ਜਾਣ। ਰਾਜਨੀਤਿਕ ਡਰ, ਸਮਾਜਿਕ ਡਰ, ਆਰਥਿਕ ਡਰ ਹੁੰਦਾ ਹੈ। ਜੇ ਸੱਚ ਬੋਲਾਂਗਾ ਪਤਾ ਨਹੀਂ ਕਾਰੋਬਾਰ 'ਚ ਘਾਟਾ ਹੀ ਨਾ ਪੈ ਜਾਏ। ਜੇ ਸੱਚ ਬੋਲਾਂਗਾ ਕੋਈ ਹੋਰ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਪਵੇ। ਇਸ ਕਰਕੇ ਅਕਸਰ ਲੋਕ ਸੱਚ ਜਾਣਦੇ ਹੋਏ ਵੀ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ, ਜੁਰਤ ਨਹੀਂ ਕਰਦੇ ਹਨ। ਪਰ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਸੱਚ ਬੋਲਿਆ, ਤੇ ਸੱਚ ਬੋਲਣ ਤੋਂ ਬਾਅਦ ਜੋ ਸੱਚ ਬੋਲਣ ਦੇ ਨਤੀਜੇ ਨਿਕਲੇ ਉਹ ਉਹਨਾਂ ਨੇ ਆਪਣੇ ਤਨ 'ਤੇ ਫਿਰ ਹੱਸ ਕੇ ਭੋਗੇ ਹਨ। ਘਬਰਾਏ ਨਹੀਂ ਹਨ, ਸਾਰਾ ਕੁਝ ਬਰਦਾਸ਼ਤ ਕੀਤਾ ਹੈ। ਇਸ ਕਰਕੇ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਦੇ ਜਿਹੜੇ ਬਾਣੀ ਰੂਪ ਬੋਲ ਹਨ ਉਹ ਵੀ ਸਾਡੇ ਲਈ ਪ੍ਰੇਰਣਾ ਸਰੋਤ ਹਨ। ਤੇ ਜੋ ਉਹਨਾਂ ਨੇ ਇਹ ਬਾਣੀ ਰੂਪ ਬੋਲਾਂ ਨੂੰ ਕਮਾਉਂਦਿਆਂ ਹੰਡਾਉਂਦਿਆਂ ਹੋਇਆਂ ਆਪਣੇ ਜੀਵਨ 'ਤੇ ਸਹਾਰਿਆ, ਬਰਦਾਸ਼ਤ ਕੀਤਾ, ਉਹ ਬਾਣੀਆਂ ਕਹਾਣੀਆਂ ਵੀ ਸਾਡੇ ਲਈ ਪ੍ਰੇਰਣਾ ਸਰੋਤ ਹਨ, ਸਾਨੂੰ ਜੀਵਨ ਦੀ ਅਗਵਾਈ ਦਿੰਦੀਆਂ ਹਨ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਆਪਾਂ ਰੋਜ਼ ਵਿਚਾਰਦੇ ਹਾਂ। ਨਾਲ ਦੀ ਨਾਲ ਭਗਤ ਸਾਹਿਬ, ਗੁਰੂ ਸਾਹਿਬਾਨਾਂ, ਗੁਰਸਿੱਖਾਂ ਦੇ ਜੀਵਨ ਦੇ ਕੁਝ ਦ੍ਰਿਸ਼ਟਾਂਤ ਵੀ ਆਪਾਂ ਲੈਂਦੇ ਹਾਂ ਕਿ ਗੱਲਾਂ ਚੰਗੀ ਤਰ੍ਹਾਂ ਸਾਡੀ ਸਮਝ ਦੇ ਵਿੱਚ ਆਉਣ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 131 ਨੰਬਰ ਸ਼ਲੋਕ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਭਗਤ ਜੀ ਨੇ ਇਹ ਸਾਨੂੰ ਸਮਝਾਇਆ ਕਿ ਸਾਕਤ ਦਾ ਸੰਗ ਨਹੀਂ ਕਰਨਾ। ਸਾਕਤ ਦਾ ਮਤਲਬ ਹੈ ਰੱਬ ਤੋਂ ਟੁੱਟਿਆ ਹੋਇਆ, ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ। ਸਾਕਤ ਦਾ ਸੰਗ ਨਹੀਂ ਕਰਨਾ, ਬਲਕਿ ਕਬੀਰ ਸਾਹਿਬ ਕਹਿੰਦੇ ਸਾਕਤ ਤੋਂ ਦੂਰ ਭੱਜਣਾ ਹੈ, ਦੂਰੋਂ ਜਾਈਏ ਭਾਗ। ਕਿਉਂਕਿ ਜੇ ਸਾਕਤ ਦਾ ਸੰਗ ਕਰਾਂਗੇ ਉਹ ਆਪਣੇ ਜੀਵਨ ਦੀ ਬੁਰਿਆਈ ਦਾ ਕੋਈ ਨਾ ਕੋਈ ਪ੍ਰਭਾਵ, ਕੋਈ ਨਾ ਕੋਈ ਅਸਰ ਸਾਡੇ ਜੀਵਨ 'ਤੇ ਛੱਡੇਗਾ ਤੇ ਸਾਡੇ ਜੀਵਨ ਨੂੰ ਵੀ ਮੈਲਾ, ਕਲੰਕੀ ਤੇ ਦਾਗੀ ਕਰ ਦੇਵੇਗਾ। ਉਹਨਾਂ ਨੇ ਉਦਾਹਰਣ ਦਿੱਤੀ ਕਾਲੇ ਭਾਂਡੇ ਦੀ। ਜੇ ਉਹਨੂੰ ਸਪਰਸ਼ ਕਰੀਏ ਉਹਦਾ ਕੋਈ ਨਾ ਕੋਈ ਦਾਗ ਕੱਪੜੇ ਤੇ ਤਨ 'ਤੇ ਲੱਗ ਜਾਂਦਾ ਹੈ। ਇਦੋਂ ਅੱਗੇ ਅੱਜ ਕਬੀਰ ਸਾਹਿਬ 132 ਨੰਬਰ ਸ਼ਲੋਕ ਅੰਦਰ ਫਰਮਾਨ ਕਰਦੇ ਹਨ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਬੀਰ ਸਾਹਿਬ ਕਹਿੰਦੇ ਇਹ ਮਨੁੱਖ ਨੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਗੱਲਾਂ ਅਸੀਂ ਅੱਗੇ ਤੋਂ ਅੱਗੇ ਟਾਲਦੇ ਹਾਂ। ਬਚਪਨ ਲੰਘ ਜਾਂਦਾ ਹੈ, ਬਾਲ ਖੇਡਾਂ ਦੇ ਵਿੱਚ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਸੁੱਧ ਨਾ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੇ। ਬਚਪਨ ਸੀ ਤੇ ਬਾਲ ਲੀਲਾ ਦੇ ਵਿੱਚ ਬਚਪਨ ਦਾ ਸਮਾਂ ਖੇਡਾਂ ਦੇ ਵਿੱਚ ਗੁਜ਼ਰ ਗਿਆ। ਜਵਾਨੀ ਆਈ, ਜਵਾਨੀ ਦਾ ਨਸ਼ਾ ਸੁਰਤ ਤੇ ਮਨ ਤੇ ਹਾਵੀ ਹੋਇਆ। ਭਰ ਜੋਬਨ ਪਰਮਾਈਆ ਪਰ ਧਨ ਨਿੰਦ ਲੁਭਾਵੈ। ਜਵਾਨੀ 'ਚ ਵੀ ਇਹਨੇ ਜਾਂ ਤੇ ਪਦਾਰਥਾਂ 'ਚ ਆਪਣਾ ਧਿਆਨ ਟਿਕਾਈ ਰੱਖਿਆ, ਮਾਇਆ 'ਚ ਬਿਰਤੀ ਅਟਕੀ ਰਹੀ। ਦੋ ਰੂਪਾਂ 'ਚ ਮਾਇਆ ਜੀਵ ਨੂੰ ਪ੍ਰਭਾਵਿਤ ਕਰਦੀ ਹੈ, ਇੱਕ ਚਮੜੀ ਰੂਪ ਦੇ ਵਿੱਚ, ਇੱਕ ਦਮੜੀ ਰੂਪ ਦੇ ਵਿੱਚ। ਜਾਂ ਬੰਦਾ ਚਮੜੀ ਪਿੱਛੇ ਭਟਕਦਾ ਹੈ, ਜਾਂ ਬੰਦਾ ਦਮੜੀ ਪਿੱਛੇ ਭਟਕ ਬੇਈਮਾਨ ਹੁੰਦਾ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਭਰ ਜੋਬਨ ਪਰਮਾਈਆ ਪਰ ਧਨ ਨਿੰਦ ਲੁਭਾਵੈ। ਜਵਾਨੀ ਵੀ ਇਹਨੇ ਪਰਾਏ ਤਨ ਪਰਾਏ ਧਨ ਦੂਜਿਆਂ ਦੀਆਂ ਨਿੰਦਿਆ ਚੁਗਲੀਆਂ ਬੁਰਾਈਆਂ ਕਰਦਿਆਂ ਹੋਇਆਂ ਇੱਦਾਂ ਵਿਅਰਥ ਲੰਘਾ ਦਿੱਤੀ।
ਵਾਰ ਵਾਰ ਗੁਰੂ ਪੀਰ ਧਰਮੀ ਪੁਰਖ ਸਮਝਾਉਂਦੇ ਰਹੇ, ਭਲਿਆ ਜਪ ਲੈ ਜਪ ਲੈ। ਇਹਨੇ ਕਿਹਾ ਜਪ ਲਵਾਂਗੇ ਜਪ ਲਵਾਂਗੇ। ਸਮਾਂ ਆਪਣੀ ਚਾਲੇ ਲੰਘਦਾ ਗਿਆ। ਤੇ ਕਬੀਰ ਸਾਹਿਬ ਕਹਿੰਦੇ ਜੀਵਨ ਦੀ ਗੱਡੀ ਕਿਹੜੇ ਪੜਾਅ ਤੇ ਜਾ ਪਹੁੰਚੀ। ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਜਰਾ ਦਾ ਮਤਲਬ ਹੈ ਬੁਢਾਪਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਕਹਿੰਦੇ ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਹਰ ਭਜ ਮਨਾ, ਔਦ ਜਾਤ ਹੈ ਬੀਤ। ਤਰਨਾਪੋ ਦਾ ਮਤਲਬ ਹੈ ਤਰਨ ਅਵਸਥਾ, ਜਵਾਨੀ ਵਾਲੀ ਅਵਸਥਾ। ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਰਦਾਰ ਕਪੂਰ ਸਿੰਘ ਜਦੋਂ ਨਵਾਬ ਬਣੇ ਸਨ, ਕਿਉਂਕਿ ਹਕੂਮਤ ਨੇ ਵੇਖਿਆ ਕਿ ਸਿੱਖਾਂ ਨੂੰ ਖਤਮ ਕਰਨ ਦੇ ਲਈ ਸਾਰੇ ਹੀ ਲਿਵ ਵਸੀਲੇ ਅਸੀਂ ਵਰਤ ਕੇ ਵੇਖ ਲਏ ਨੇ। ਸਿਰਾਂ ਦੇ ਮੁੱਲ ਪਾ ਲਏ ਗਏ ਨੇ, ਬੱਚੇ ਬੁੱਢੇ ਫੜ ਕੇ ਖਤਮ ਕਰ ਦਿੱਤੇ ਗਏ ਨੇ। ਇਹ ਪਤਾ ਨਹੀਂ ਗੁਰੂ ਦਾ ਪੰਥ ਕਿੱਦਾਂ ਦਾ ਹੈ, ਇਹ ਮੁੱਕਿਆ ਮੁੱਕਦਾ ਹੀ ਨਹੀਂ ਪਿਆ। ਤੇ ਰਾਜਨੀਤਿਕ ਲੋਕ ਵੇਖੋ ਦੂਜਿਆਂ ਨੂੰ ਖਤਮ ਕਰਨ ਦੇ ਲਈ ਰਾਜਨੀਤੀ ਦੀਆਂ ਬੜੀਆਂ ਚਾਲਾਂ ਚੱਲਦੇ ਨੇ। ਤੇ ਖਾਸ ਤੌਰ 'ਤੇ ਰਾਜਨੀਤੀ ਦੀਆਂ 4 ਚਾਲਾਂ ਪੁਰਾਤਨ ਗ੍ਰੰਥਾਂ ਦੇ ਵਿੱਚ, ਰਾਜਨੀਤੀ ਦੇ ਨੀਤੀ ਦੇ ਸ਼ਾਸਤਰਾਂ 'ਚ ਮਿਲਦੀਆਂ ਨੇ। ਸ਼ਾਮ ਦਾਮ ਦੰਡ ਭੇਦ, ਇਹ 4 ਚਾਲਾਂ, ਜਿਨ੍ਹਾਂ 'ਚੋਂ ਇੱਕ ਇਹ ਪ੍ਰਮੁੱਖ ਚਾਲ ਹੈ ਕਿ ਪਾੜੋ ਤੇ ਰਾਜ ਕਰੋ। ਭੇਦ ਦਾ ਮਤਲਬ ਹੀ ਇਹ ਹੈ ਕਿ ਪਾੜ ਦਵੋ। ਤੇ ਉਹ ਪਾੜਨ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਹਨ। ਆਪਣੇ ਬੰਦੇ ਵਿੱਚ ਭੇਜ ਕੇ ਗਲਤ ਵਿਚਾਰਾਂ ਭਰ ਦਵੋ, ਧੜਾ ਵੰਡਿਆ ਜਾਵੇ, 2 ਹਿੱਸਿਆਂ 'ਚ 4 ਹਿੱਸਿਆਂ 'ਚ ਵੰਡਿਆ ਜਾਵੇ, ਕੋਈ ਧੜਾ, ਕੋਈ ਪਾਰਟੀ, ਕੋਈ ਕੌਮ। ਜਾਂ ਫਿਰ ਲਾਲਚ ਦਵੋ, ਲਾਲਚ ਕਰਕੇ ਪਾੜੇ ਜਾਣ। ਕੋਈ ਅਹੁਦੇ ਦੀ ਪੇਸ਼ਕਸ਼ ਕਰ ਦਵੋ, ਹਰ ਕੋਈ ਕਵੇ ਮੈਂ ਅਹੁਦਾ ਲੈਣਾ, ਦੂਜਾ ਕਵੇ ਮੈਂ, ਤੀਜਾ ਕਵੇ ਮੈਂ, ਤੇ ਉਹਦੇ ਲਾਲਚ ਦੇ ਵਿੱਚ ਲੋਕ ਜਾਂ ਕੌਮ, ਪਾਰਟੀ ਟੁਕੜੇ ਟੁਕੜੇ ਹੋ ਜਾਏ। ਇਸੇ ਤਰ੍ਹਾਂ ਦੀ ਇੱਕ ਚਾਲ ਜ਼ਕਰੀਆ ਖਾਨ ਚੱਲਦਾ ਹੈ। ਉਹਨੇ ਜਦੋਂ ਵੇਖਿਆ ਮੈਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਇਹ ਨਹੀਂ ਮੁੱਕ ਰਹੇ, ਬੱਚੇ ਬੁੱਢੇ ਫੜ ਕੇ ਕੀਮਾ ਕਰ ਸੁੱਟੇ, ਇਹ ਨਹੀਂ ਮੁੱਕੇ। ਉਹਨਾਂ ਨੇ ਸੋਚਿਆ ਕਿ ਨਵਾਬੀ ਦਾ ਲਾਲਚ ਦਵੋ ਸਿੱਖਾਂ ਨੂੰ, ਤੇ ਹਰ ਕੋਈ ਕਵੇਗਾ ਮੈਂ ਨਵਾਬ ਬਣਨਾ, ਮੈਂ ਨਵਾਬ ਬਣਨਾ। ਤੇ ਆਪ ਨਵਾਬ ਬਣਨ ਦੇ ਲਈ ਇਹ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ। ਜਿੱਦਾਂ ਅੱਜ ਸਾਡੀ ਕੌਮ ਦੀ ਹਾਲਤ ਬਣੀ ਹੋਈ ਹੈ ਕਿ ਦੁਸ਼ਮਣਾਂ ਤੇ ਕੀ ਗਿਲਾਈ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ। ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਹੈ ਜਥੇਦਾਰੀਆਂ। ਆਪਾਂ ਵਹਿੰਦੇ ਹਾਂ ਵਜ਼ੀਰੀਆਂ, ਜਥੇਦਾਰੀਆਂ ਜਾਂ ਹੋਰ ਤਖਤ ਤਾਜ ਹਾਸਲ ਕਰਨ ਦੇ ਲਈ ਅੱਜ ਕੀ ਕੁਝ ਹੁੰਦਾ ਪਿਆ ਹੈ। ਹੁਣ ਜ਼ਕਰੀਆ ਖਾਨ ਨੇ ਚਾਲ ਚੱਲੀ, ਨਵਾਬੀ ਦੀ ਪੇਸ਼ਕਸ਼ ਪੰਥ ਨੂੰ ਕੀਤੀ ਗਈ, ਪਰ ਉਦੋਂ ਪੰਥ ਦੇ ਜਿਹੜੇ ਹਾਲਾਤ ਸਨ ਅੱਜ ਵਰਗੇ ਨਹੀਂ ਸਨ। ਉਦੋਂ ਪੰਥ ਦੇ ਆਗੂ ਅੱਜ ਵਰਗੇ ਨਹੀਂ ਸਨ। ਗਿਰੀ ਹੋਈ ਤੇ ਵਿਕੀ ਹੋਈ ਜ਼ਮੀਰ ਵਾਲੇ ਬਾਣੀ ਦੇ ਨਾਲ ਜੁੜੇ ਹੋਏ ਸਾਡੇ ਪੰਥ ਦੇ ਆਗੂ ਸਨ। ਸਰਦਾਰ ਬਘੇਲ ਸਿੰਘ, ਜਿਨ੍ਹਾਂ ਨੇ ਕਈ ਵਾਰ ਦਿੱਲੀ 'ਚ ਜਾ ਕੇ ਖਾਲਸਾਈ ਨਿਸ਼ਾਨ ਚੁੜਾਇਆ ਸੀ, ਉਹ ਆਪ ਅੰਮ੍ਰਿਤ ਸੰਚਾਰ ਦੇ 5 ਪਿਆਰਿਆਂ ਦੇ ਜਥੇ 'ਚ ਬਹਿ ਕੇ ਅੰਮ੍ਰਿਤ ਸੰਚਾਰ ਕਰਿਆ ਕਰਦੇ ਸਨ। ਤੇ ਜਿਹੜਾ ਅੰਮ੍ਰਿਤ ਸੰਚਾਰ ਕਰਦਾ ਉਹਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ 5 ਬਾਣੀਆਂ ਤੇ ਕੰਠ ਹੁੰਦੀਆਂ ਹੀ ਹਨ ਜਿਹੜਾ ਅੰਮ੍ਰਿਤ ਸੰਚਾਰ ਕਰਦਾ, ਕਿਉਂਕਿ ਤਾਂ ਹੀ ਅੰਮ੍ਰਿਤ ਸੰਚਾਰ 'ਚ 5 ਪਿਆਰਿਆਂ ਦੀ ਸੇਵਾ ਕੀਤੀ ਜਾ ਸਕਦੀ ਹੈ। ਤੇ ਉਹ ਸਾਡੇ ਉਦੋਂ ਦੇ ਕੌਮ ਦੇ ਆਗੂ ਜਿਹੜੇ ਅੰਮ੍ਰਿਤ ਸੰਚਾਰ ਕਰਨ ਵਾਲੇ 5 ਪਿਆਰਿਆਂ 'ਚ ਵਿਆਹ ਕਰਦੇ ਸਨ, 5 ਬਾਣੀਆਂ ਜਿਨ੍ਹਾਂ ਨੂੰ ਕੰਠ ਸਨ, ਤੇ ਜਿਹੜੇ ਅੱਜ ਦੇ ਸਾਡੇ ਆਗੂ ਬਣ ਕੇ ਬੈਠੇ ਕਿਸੇ ਨੂੰ ਜਪਜੀ ਵੀ ਨਹੀਂ ਆਉਂਦੀ ਹੋਣੀ, 5 ਪੌੜੀਆਂ ਤੱਕ ਵੀ ਨਹੀਂ ਆਉਂਦੀਆਂ ਹੋਣੀਆਂ। ਤੇ ਜੇ ਬਾਣੀ ਦੇ ਨਾਲ ਨਹੀਂ ਜੁੜੇ ਤੇ ਫਿਰ ਅੰਦਰ ਦੀ ਗੁਰਸਿੱਖੀ ਵਾਲੀ ਘਾੜਤ ਕਿੱਥੋਂ ਘੜੀ ਜਾ ਸਕਦੀ ਹੈ। ਉਹ ਸਿੱਖੀ ਜਜ਼ਬਾ, ਕਿਉਂਕਿ ਗੱਲਾਂ ਤੇ ਪਾਵਰ ਤਾਕਤ ਤਾਂ ਸਾਨੂੰ ਬਾਣੀ ਨੇ ਦੇਣੀ ਹੈ, ਜਿਹੜੀ ਤਾਕਤ ਸਦਕਾ ਸਿੱਖ ਲੱਖਾਂ ਤੇ ਵੀ ਨਹੀਂ ਵਿਕਦੇ ਰਹੇ,
ਜਿਹੜੀ ਤਾਕਤ ਸਦਕਾ ਸਿੱਖ ਆਰਿਆਂ ਦੇ ਥੱਲੇ ਵੀ ਹੱਸ ਕੇ ਬਹਿੰਦੇ, ਬੰਦ ਵੀ ਕਟਾਉਂਦੇ ਰਹੇ, ਉਹ ਤਾਕਤ ਸੀ ਗੁਰਬਾਣੀ ਦੀ ਤਾਕਤ। ਤੇ ਉਦੋਂ ਦੇ ਸਾਡੇ ਪੰਥ ਦੇ ਆਗੂ ਬਾਣੀ ਦੇ ਨਾਲ ਜੁੜੇ ਹੋਏ ਸਨ। ਅਖੀਰ ਜਿਹੜਾ ਪੱਖਾ ਚੱਲ ਰਿਹਾ ਸੀ ਸੰਗਤ ਦੇ ਵਿੱਚ, ਉਹ ਕਪੂਰ ਸਿੰਘ ਨੂੰ ਨਵਾਬੀ ਦੇ ਦਿੱਤੀ ਗਈ। ਤੇ ਉਹ ਵੀ ਗੁਰੂ ਕੇ ਸਿੱਖ ਨੇ ਇਹ ਸ਼ਰਤ ਰੱਖੀ ਸੀ ਕਿ ਜੇ ਪੰਥ ਹੁਕਮ ਕਰਦਾ ਹੈ ਤੇ ਪੰਥ ਦੇ ਹੁਕਮ ਨੂੰ ਮੁੱਖ ਰੱਖਦਿਆਂ ਮੈਂ ਪੰਥ ਕੋਲੋਂ ਨਵਾਬੀ ਝੋਲੀ 'ਚ ਪਵਾ ਲਵਾਂਗਾ, ਪਰ ਜਿਹੜੀਆਂ ਮੈਂ ਸੇਵਾਵਾਂ ਕਰਦਾ ਹਾਂ ਉਹ ਮੇਰੀਆਂ ਸੇਵਾਵਾਂ ਨਾ ਖੋਇਓ, ਮੈਂ ਉਹ ਸੇਵਾ ਉਸੇ ਤਰ੍ਹਾਂ ਕਰਦਾ ਰਹਾਂਗਾ। ਨਵਾਬ ਕਪੂਰ ਸਿੰਘ ਜਦੋਂ ਨਵਾਬ ਬਣੇ ਹਨ, ਉਹਨਾਂ ਨੇ ਅੱਗੇ ਪੰਥ ਨੂੰ, ਕਿਉਂਕਿ ਸਮੁੱਚੀ ਤਾਕਤ ਨੂੰ ਇੱਕ ਸਿਸਟਮੈਟਿਕਲ ਤਰੀਕੇ ਦੇ ਨਾਲ ਵਰਤਣ ਦੇ ਲਈ ਦੋ ਗਰੁੱਪ ਬਣਾਏ ਸਨ, ਇੱਕ ਤਰੁਣਾ ਦਲ, ਇੱਕ ਬੁੱਢਾ ਦਲ। ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਤਰਨਾਪੋ ਇਉਂ ਹੀ ਗਇਓ, ਤਰੁਣਾ ਦਾ ਮਤਲਬ ਹੈ ਜਵਾਨੀ, ਜਵਾਨ ਅਵਸਥਾ। ਜਿਹੜੇ ਤੇ ਬਜ਼ੁਰਗ ਸਨ ਕਰੀਬਨ 50 ਸਾਲ ਤੋਂ ਉੱਪਰ ਵਾਲੇ, ਉਹਨਾਂ ਨੂੰ ਬਜ਼ੁਰਗਾਂ ਦਾ ਜਥਾ ਇੱਕ ਵੱਖਰਾ ਬਣਾ ਦਿੱਤਾ ਗਿਆ। ਤੇ ਜਿਹੜੇ ਉਦੋਂ ਪਹਿਲਾਂ ਦੀ ਉਮਰ ਵਾਲੇ ਸਨ, ਜਵਾਨ ਉਮਰ ਵਾਲੇ, ਉਹਨਾਂ ਦਾ ਬਣਾਇਆ ਗਿਆ ਤਰੁਣਾ ਦਲ, ਕਿ ਕੋਈ ਵੀ ਹਮਲਾਵਰ ਆਵੇ ਹਮਲਾ ਕਰਨ ਦੇ ਲਈ, ਕਿਸੇ ਵੀ ਮੁਹਿੰਮ ਤੇ ਚੜ੍ਹਨਾ ਹੈ, ਸਭ ਤੋਂ ਪਹਿਲਾਂ ਅੱਗੇ ਤਰੁਣਾ ਦਲ ਹੋਵੇਗਾ, ਉਦੋਂ ਬਾਅਦ ਪਿੱਛੇ ਬੁੱਢਾ ਦਲ, ਤੇ ਫਿਰ ਲੋੜ ਪੈਣ ਤੇ ਰਿਜ਼ਰਵ ਫੌਜ ਹੈ, ਨਹੀਂ ਤੇ ਅੱਗੇ ਤਰੁਣਾ ਦਲ ਵਾਲੇ ਜਵਾਨ ਅੱਗੇ ਮੁਕਾਬਲਾ ਕਰਨਗੇ। ਤਰੁਣਾ ਦਾ ਭਾਵ ਹੈ ਜਵਾਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵੇਖ ਤੇਰਾ ਜਿਹੜਾ ਜਵਾਨੀ ਵਾਲਾ ਸਮਾਂ, ਜਿਹੜਾ ਜੋਸ਼ ਵਾਲਾ ਸਮਾਂ, ਜਿਹੜੇ ਸਮੇਂ 'ਚ ਤੂੰ ਅੱਗੇ ਹੋ ਕੇ ਮੁਕਾਬਲਾ ਕਰ ਸਕਦਾ ਵਿਕਾਰਾਂ ਦਾ, ਤੂੰ ਤੇ ਪਹਿਲਾਂ ਹੀ ਵਿਕਾਰਾਂ ਦੇ ਸਾਹਮਣੇ ਸਿਲੰਡਰ ਕਰ ਦਿੱਤਾ, ਤੂੰ ਕਿੱਦਾਂ ਵਿਕਾਰਾਂ ਦਾ ਮੁਕਾਬਲਾ ਕਰੇਂਗਾ। ਮਹਾਰਾਜ ਕਹਿੰਦੇ, ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਬੁਢਾਪੇ ਨੇ ਵੇਖ ਤੇਰਾ ਸਰੀਰ ਜਿੱਤ ਲਿਆ। ਜਵਾਨੀ ਦਾ ਜਿਹੜਾ ਸਮਾਂ ਤਾਕਤ ਵਾਲਾ, ਐਨਰਜੀ ਵਾਲਾ ਸਮਾਂ ਸੀ, ਤੂੰ ਉਦਮ ਕਰ ਸਕਦਾ ਸੀ, ਜਪਣ ਦਾ ਵੀ ਤੂੰ ਉਦਮ ਕਰ ਸਕਦਾ ਸੀ, ਵਿਕਾਰਾਂ ਦੇ ਨਾਲ ਜੂਝਣ ਦਾ ਵੀ ਤੂੰ ਕੀਤਾ ਨਹੀਂ। ਤੇ ਕਬੀਰ ਸਾਹਿਬ ਕਹਿੰਦੇ, ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਜਵਾਨੀ ਦਾ ਸਮਾਂ ਇਹਨੇ ਰੱਬ ਨੂੰ ਧਿਆਉਣ ਤੋਂ ਬਿਨਾਂ ਹੀ ਲੰਘਾ ਦਿੱਤਾ, ਹੁਣ ਬੁਢਾਪਾ ਇਹਦੇ ਤੇ ਹਾਵੀ ਹੋ ਗਿਆ ਜੇ। ਤੇ ਬੁਢਾਪੇ ਦੀ ਅਵਸਥਾ ਕੀ ਹੈ? ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਨਹੀਂ ਅੱਖਾਂ ਤੋਂ ਚੰਗੀ ਤਰ੍ਹਾਂ ਦਿਸਦਾ ਬੁਢਾਪੇ ਕਰਕੇ। ਗੋਡਿਆਂ ਦੀਆਂ ਦਰਦਾਂ, ਮੋਢਿਆਂ ਦੀਆਂ ਦਰਦਾਂ, ਮੱਥੇ ਦੀਆਂ ਦਰਦਾਂ, ਹਰ ਵਕਤ ਇਹ ਚੀਜ਼ਾਂ ਸਤਾਉਂਦੀਆਂ ਨੇ ਬੁਢਾਪਾ, ਕਿਉਂਕਿ ਆਪਣੇ ਆਪ ਦੇ ਵਿੱਚ ਹੀ ਇੱਕ ਰੋਗ ਹੈ। ਭਗਤ ਭੀਖਨ ਜੀ ਦੇ 2 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਨ। ਇੱਕ ਉਹਨਾਂ ਦਾ ਸ਼ਬਦ ਪ੍ਰਚਲਿਤ ਤੇ ਪ੍ਰਸਿੱਧ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਣੀ। ਬੁਢਾਪੇ ਦੀ ਗੱਲ ਉਹਨਾਂ ਨੇ ਕੀਤੀ ਇਸ ਸ਼ਬਦ ਅੰਦਰ। ਅੱਖਾਂ 'ਚੋਂ ਕਹਿੰਦੇ ਹੁਣ ਪਾਣੀ ਵਗਦਾ, ਹਰ ਵਕਤ ਵਗਦਾ ਰਹਿੰਦਾ ਹੈ। ਡਾਕਟਰ ਵੀ ਕਹਿੰਦੇ ਇਹਦਾ ਹੁਣ ਕੋਈ ਇਲਾਜ ਨਹੀਂ, ਬੁਢਾਪੇ ਕਰਕੇ ਹੈ। ਨੈਨੋ ਨੀਰ ਬਹਿ ਤਨ ਖੀਨਾ, ਖੀਣ ਭਾਵ ਕਮਜ਼ੋਰ, ਸਰੀਰ ਹੋ ਗਿਆ ਕਮਜ਼ੋਰ। ਭਏ ਕੇਸ ਦੁੱਧ ਵਾਨੀ, ਤੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ। ਭਾਵੇਂ ਲੋਕ ਇਹਦੇ ਤੇ ਵੀ ਕਾਲਖ ਮਲ ਕੇ ਜਵਾਨ ਹੋਣ ਦਾ ਬੜਾ ਯਤਨ ਕਰਦੇ ਹਨ, ਪਰ ਜਵਾਨੀ ਥੋੜ੍ਹਾ ਪਰਤ ਆਉਂਦੀ। ਉਹ ਤੇ ਇੱਕ ਆਪਣੇ ਆਪ ਨੂੰ ਝੂਠਾ ਵਿਖਾਵਾ ਹੈ, ਝੂਠਾ ਤਰਵਾਸਾ ਹੈ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪਰਾਨੀ। ਗਲਾ ਕਮਜ਼ੋਰ ਹੋ ਗਿਆ, ਬੋਲਿਆ ਨਹੀਂ ਬੋਲਿਆ ਜਾ ਰਿਹਾ, ਕਿਉਂਕਿ ਬਲਗਮ ਬੜੀ ਗਲੇ 'ਚ ਬਣਦੀ ਪਈ, ਵਾਰ-ਵਾਰ ਖਾਂਸੀ। ਤੇ ਜਦੋਂ ਇੱਕ ਸਾਹ 'ਚ 4 ਵਾਰ ਖੰਘ ਆਏਗੀ ਤੇ ਫਿਰ ਬੰਦਾ ਜਾਂ ਖੰਘੇਗਾ ਕਿ ਰੱਬ ਨੂੰ ਧਿਆਵੇਗਾ, ਉਦੋਂ ਤਾਂ ਫਿਰ ਬਸ ਉਹੀ ਹੈ ਵਾਰ-ਵਾਰ ਖੰਘਣ ਵਾਲੀ ਗੱਲ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲਿਹੋ ਉਭਾਰੀ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ। ਐਸੀ ਬੇਦਨ ਉਪਜ ਖਰੀ ਭਈ, ਵਾਕਾ ਔਖਦ ਨਹੀਂ। ਬੁਢਾਪੇ 'ਚ ਗੁਰੂ ਕਹਿੰਦੇ ਇੱਦਾਂ ਦੀਆਂ ਪੀੜਾਂ ਇਸ ਸਰੀਰ ਅੰਦਰ ਪੈਦਾ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ। ਤੇ ਫਿਰ ਬੰਦਾ ਦਿਨ ਰਾਤ ਪੀੜ ਕਰਕੇ ਕਰਲਾਉਂਦਾ ਹੈ, ਫਿਰ ਇਹਨੂੰ ਦਰਦਾਂ ਹੀ ਚੇਤੇ ਆਉਂਦੀਆਂ ਨੇ, ਰੱਬ ਕਿੱਥੇ ਚੇਤੇ ਆਉਂਦਾ ਹੈ।
ਤੇ ਭਗਤ ਕਬੀਰ ਸਾਹਿਬ ਕਹਿੰਦੇ ਜਰਾ ਪਹੁੰਚਿਓ ਆਏ, ਵੇਖ ਤੂੰ ਰੱਬ ਨੂੰ ਨਹੀਂ ਚੇਤਿਆ, ਬੁਢਾਪਾ ਤੇਰੇ ਤੇ ਆਣ ਬਣਿਆ ਹੈ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਕਹਿੰਦੇ ਬਥੇਰਾ ਤੈਨੂੰ ਜਵਾਨੀ 'ਚ ਸਮਝਾਉਂਦੇ ਰਹੇ, ਜਪ ਲੈ ਤੂੰ ਨਹੀਂ ਜਪਿਆ। ਹੁਣ ਬੁਢਾਪੇ ਨੇ, ਬਿਮਾਰੀਆਂ ਨੇ, ਰੋਗਾਂ ਨੇ, ਪੀੜਾਂ ਨੇ ਆ ਕੇ ਘੇਰ ਲਿਆ। ਸਾਰੀ ਦਿਹਾੜੀ ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਇਆ ਜੀਓ। ਦਿਨ ਰਾਤ ਹਾਏ ਹਾਏ ਪੁਕਾਰਦਿਆਂ ਲੰਘਦਾ, ਹੁਣ ਦੱਸੋ ਕੀ ਕਰੀਏ। ਉਹ ਕਹਿੰਦੇ ਹੁਣ ਘਰ ਨੂੰ ਕਬੀਰ ਸਾਹਿਬ ਕਹਿੰਦੇ ਅੱਗ ਲੱਗੇ। ਠੀਕ ਹੈ, ਲੋਕ ਜਿੰਨਾ ਸਮਾਨ ਹੈ ਬਚਾਉਣ ਦਾ ਯਤਨ ਕਰਦੇ, ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ, ਨਾਲ ਸਮਾਨ ਵੀ ਬਚਾਉਣ ਦੀ ਕੋਸ਼ਿਸ਼। ਪਰ ਕਹਿੰਦੇ ਘਰ ਨੂੰ ਲੱਗੇ ਅੱਗ, ਤੇ ਜੇ ਅੱਗ ਹੀ ਦਰਵਾਜ਼ੇ ਤੇ ਆਣ ਲੱਗ ਜਾਏ, ਦਰਵਾਜ਼ੇ ਵਾਲੇ ਪਾਸੇ, ਫਿਰ ਦੱਸੋ ਸਮਾਨ ਕਿੱਧਰੋਂ ਦੀ ਕੱਢੋਗੇ। ਜੇ ਘਰ ਦੇ ਦਰਵਾਜ਼ੇ ਵਾਲੇ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਕਹਿੰਦੇ ਜਿੱਧਰੋਂ ਜਵਾਨੀ ਰੂਪੀ ਦਰਵਾਜ਼ੇ ਤੋਂ ਅੱਗੇ ਬੁਢਾਪੇ ਵਾਲੇ ਪਾਸੇ ਤੂੰ ਆਉਣਾ ਹੈ। ਜਵਾਨੀ 'ਚ ਜੇ ਵਾਹਿਗੁਰੂ ਨੂੰ ਜਪਿਆ ਹੁੰਦਾ, ਤੇਰਾ ਬੁਢਾਪਾ ਵੀ ਸੁਖੈਨ ਤੇ ਸਫਲਾ ਹੁੰਦਾ। ਪਰ ਤੂੰ ਜਵਾਨੀ ਤੇ ਨਸ਼ਿਆਂ ਤੇ ਵਿਕਾਰਾਂ ਤੇ ਪਾਪਾਂ ਦੇ ਵਿੱਚ ਲੰਘਾ ਦਿੱਤੀ। ਹੁਣ ਬੁਢਾਪਾ ਰੂਪੀ ਅੱਗ ਨੇ ਤੇਰੇ ਸਰੀਰ ਨੂੰ ਘੇਰ ਲਿਆ। ਹੁਣ ਦੱਸ ਤੂੰ ਕੀ ਕਰ ਸਕਦਾ ਹੈ, ਹੁਣ ਕੀ ਕਰ ਸਕਦਾ ਹੈ। ਇਸ ਕਰਕੇ ਗੁਰੂ ਨੇ ਸਮਝਾਇਆ ਕਿ ਵੇਖੋ ਅਜੇ ਸਾਡੇ ਕੋਲ ਸਮਾਂ ਹੈ, ਸਵਾਸ ਹਨ, ਤੰਦਰੁਸਤੀ ਵਾਹਿਗੁਰੂ ਨੇ ਰਹਿਮਤ ਕਰਕੇ ਬਖਸ਼ੀ ਹੈ, ਕੰਠ ਜ਼ੁਬਾਨ ਬਖਸ਼ਿਆ ਹੈ। ਤੇ ਇਹ ਜਿਵੇਂ ਅਸੀਂ ਹੋਰ ਬਾਕੀ ਕੰਮਕਾਰ ਕਰਦੇ ਹਾਂ ਉਦਮ ਕਰਕੇ, ਇਸੇ ਤਰ੍ਹਾਂ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਵੀ ਧਿਆਈਏ, ਜਪੀਏ, ਤਾਂ ਕਿ ਜੀਵਨ ਸਫਲ ਹੋਵੇ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਬੀਰ ਸਾਹਿਬ ਕਹਿੰਦੇ ਜੋ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ, ਉਸੇ ਤਰ੍ਹਾਂ ਦਾ ਅੱਗੇ ਜਗਤ ਅੰਦਰ, ਸੰਸਾਰ ਅੰਦਰ ਕਿਸੇ ਵੀ ਕਾਰਜ ਦਾ ਕਾਰਨ ਬਣਦਾ ਹੈ। ਕੋਈ ਵੀ ਕਾਰਜ ਹੈ, ਕਾਰਜ ਦੇ ਪਿੱਛੇ ਕੋਈ ਕਾਰਨ ਹੁੰਦਾ ਹੈ ਤਾਂ ਕਾਰਜ ਹੁੰਦਾ ਹੈ। ਆਨੰਦ ਕਾਰਜ, ਉਹ ਉਸ ਆਨੰਦ ਕਾਰਜ ਦੇ ਪਿੱਛੇ ਕਾਰਨ ਹੈ ਗ੍ਰਸਥ ਜੀਵਨ ਦੀ ਆਰੰਭਤਾ ਦਾ, ਜਿਸ ਕਰਕੇ ਉਹ ਵਿੱਚ ਇੱਕ ਕਾਰਜ ਮਿਥਿਆ ਗਿਆ ਕਿ ਆਨੰਦ ਕਾਰਜ ਦੇ ਰਾਹੀਂ ਫਿਰ ਅੱਗੇ ਗ੍ਰਸਥ ਜੀਵਨ ਦੀ ਆਰੰਭਤਾ ਹੋਣੀ ਹੈ। ਮਹਾਰਾਜ ਕਹਿੰਦੇ ਸੰਸਾਰ ਅੰਦਰ ਜੋ ਵੀ ਦੁੱਖ ਤੇ ਸੁੱਖ ਦੇ ਕਾਰਨ ਬਣਦੇ ਨੇ, ਕਾਰਨ ਬਣਾਉਣ ਵਾਲਾ ਪਰਮਾਤਮਾ ਹੈ, ਅਕਾਲ ਪੁਰਖ ਹੈ। ਕਾਰਨ ਉਹਦੇ ਵੱਸ ਦੇ ਵਿੱਚ ਹੈ, ਕਰਨ ਕਾਰਨ ਸਮਰੱਥ ਹੈ। ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ, ਜਿਨ ਕਲ ਰਾਖੀ ਧਾਰ। ਹਾਂ, ਉਸ ਕਾਰਨ ਦਾ ਅੱਗੇ ਵਿੱਚ ਕੋਈ ਆਦਮੀ ਜਾਂ ਕਿਸੇ ਵਸਤੂ ਜਾਂ ਕਿਸੇ ਸਮੇਂ ਵਿਸ਼ੇਸ਼ ਕਰਕੇ ਕੋਈ ਘਟਨਾ ਵਰਤ ਸਕਦੀ ਹੈ, ਪਰ ਅਸਲ ਦੇ ਵਿੱਚ ਉਹ ਕਾਰਨ ਬਣਾਉਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ। ਪਰਮਾਤਮਾ ਬੰਦਾ ਚੜ੍ਹਾਈ ਕਰਦਾ ਹੈ ਤੇ ਫਿਰ ਉਹਦੀ ਮੌਤ ਦੇ ਵੱਖਰੇ ਵੱਖਰੇ ਕਾਰਨ ਡਾਕਟਰ ਆਦਿਕ ਦੱਸਦੇ ਹਨ ਜੀ। ਹਾਰਟ ਫੇਲ ਹੋ ਗਿਆ, ਜਾਂ ਲੋਕ ਐਕਸੀਡੈਂਟ ਕਰਕੇ ਕਿਸੇ ਦੀ ਮੌਤ ਹੋ ਗਈ, ਕੋਈ ਹੋਰ ਛੋਟਾ ਵੱਡਾ ਕਾਰਨ ਬਣਿਆ, ਕਾਰਨ ਬਣਦੇ ਹਨ ਤੇ ਹਾਦਸਾ ਵਰਤਦਾ ਹੈ ਤੇ ਅਗਲੇਰੀਆਂ ਘਟਨਾਵਾਂ ਫਿਰ ਦੁੱਖ ਸੁੱਖ ਆਦਿਕ ਬਣਦੇ ਹਨ। ਹੁਣ ਉਹ ਜਿਹੜਾ ਕਾਰਨ ਬਣਦਾ ਹੈ, ਗੁਰੂ ਕਹਿੰਦੇ ਅਸਲ ਦੇ ਵਿੱਚ ਉਹ ਕਾਰਨ ਉਸ ਕਰਤੇ ਦੇ ਹੱਥ ਦੇ ਵਿੱਚ ਹੈ। ਉਸੇ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੀ ਕਾਰਨ ਬਣਦਾ ਹੈ ਤੇ ਅੱਗੇ ਘਟਨਾ ਵਰਤਦੀ ਹੈ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਬੀਰ ਸਾਹਿਬ ਕਹਿੰਦੇ ਕਾਰਨ ਉਹੀ ਬਣਿਆ ਜੋ ਉਸ ਪਰਮਾਤਮਾ ਅਕਾਲ ਪੁਰਖ ਨੇ ਬਣਾਇਆ। ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਕਾਰਨ ਬਣਾਉਣ ਵਾਲਾ ਕਰਤਾ ਕੇਵਲ ਉਹ ਇੱਕ ਅਕਾਲ ਪੁਰਖ ਹੈ, ਸਿਰਜਣਹਾਰ ਹੈ। ਉਸੇ ਦੇ ਹੁਕਮ ਦੇ ਵਿੱਚ ਸੁੱਖ ਦਾ ਕਾਰਨ ਵੀ ਬਣਦਾ ਹੈ, ਦੁੱਖ ਦਾ ਕਾਰਨ ਵੀ ਬਣਦਾ ਹੈ, ਜਨਮ ਦਾ ਕਾਰਨ ਵੀ ਬਣਦਾ ਹੈ, ਮੌਤ ਦਾ ਕਾਰਨ ਵੀ ਬਣਦਾ ਹੈ। ਕਾਰਨ ਬਣਾਉਣ ਵਾਲਾ ਸਿਰਜਣਹਾਰ ਕੇਵਲ ਉਹ ਇੱਕ ਅਕਾਲ ਪੁਰਖ ਹੈ। ਅਸੀਂ ਆਮ ਤੌਰ 'ਤੇ ਭਾਣਾ ਲਫ਼ਜ਼ ਵਰਤਦੇ ਹਾਂ। ਜਦੋਂ ਕਿਸੇ ਦੀ ਮੌਤ ਹੋ ਗਈ ਜੀ, ਭਾਣਾ ਵਰਤ ਗਿਆ। ਭਾਣੇ ਦਾ ਮਤਲਬ ਵੀ ਹੈ ਪਰਮਾਤਮਾ ਦਾ ਹੁਕਮ ਵਰਤਣਾ। ਬਾਣੀ 'ਚ ਇਹ ਸਮ ਅਰਥ ਸ਼ਬਦ ਆਏ ਹਨ। ਰਜਾ ਸ਼ਬਦ ਵੀ ਹੈ, ਹੁਕਮ ਵੀ ਹੈ, ਭਾਣਾ ਵੀ ਹੈ, ਕਰਮ ਸ਼ਬਦ ਵੀ ਇਹਨਾਂ ਅਰਥਾਂ 'ਚ ਆਉਂਦਾ ਹੈ। ਮਤਲਬ ਪਰਮਾਤਮਾ ਦਾ ਹੁਕਮ ਵਰਤ ਗਿਆ।
ਅਸੀਂ ਆਮ ਤੌਰ 'ਤੇ ਭਾਣਾ ਸ਼ਬਦ ਵਰਤਦੇ ਹਾਂ ਮੌਤ ਸਮੇਂ, ਪਰ ਗੁਰੂ ਸਾਹਿਬ ਦੀ ਜਦੋਂ ਆਪਾਂ ਬਾਣੀ ਪੜ੍ਹੀਏ, ਖਾਸ ਤੌਰ 'ਤੇ ਆਨੰਦ ਸਾਹਿਬ ਆਪਾਂ ਪੜ੍ਹਦੇ, ਉੱਥੇ ਗੁਰੂ ਨੇ ਜਨਮ ਨੂੰ ਵੀ ਭਾਣਾ ਕਿਹਾ ਹੈ, ਮੌਤ ਨੂੰ ਵੀ ਭਾਣਾ ਕਿਹਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਮਹਾਰਾਜ ਕਹਿੰਦੇ ਜੰਮਣ ਵੀ ਉਹਦਾ ਹੁਕਮ ਹੈ, ਮੌਤ ਵੀ ਉਹਦਾ ਹੁਕਮ ਹੈ, ਭਾਣਾ ਹੈ। ਉਹਦੇ ਹੁਕਮ ਦੇ ਵਿੱਚ ਹੀ ਭਾਣਾ ਵਰਤਦਾ ਹੈ। ਜੀਵ ਦਾ ਜਨਮ ਹੋਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਹੁਣ ਕਿਉਂਕਿ ਸਾਡੇ ਸ਼ਬਦ ਜਿਹੜੇ ਹਨ, ਹਰ ਚੀਜ਼ ਦੇ ਲਈ ਅਸੀਂ ਵੱਖਰੇ ਵੱਖਰੇ ਸ਼ਬਦ ਨਿਸ਼ਚਿਤ ਕਰ ਲਏ ਨੇ। ਜੇ ਆਪਾਂ ਵੈਸੇ ਕਹੀਏ ਕਿਸੇ ਦੇ ਘਰ ਬੱਚਾ ਹੋਇਆ ਹੋਵੇ, ਅਸੀਂ ਕਹੀਏ ਭਾਣਾ ਵਰਤ ਗਿਆ, ਬੱਚਾ ਪੈਦਾ ਹੋਇਆ, ਉਹ ਸਮਾਜ ਇੱਕ ਵੱਖਰੇ ਅਰਥਾਂ ਦੇ ਵਿੱਚ ਲੋਕ ਵੇਖਣਗੇ ਕਿ ਕੀ ਕਹਿ ਰਿਹਾ ਹੈ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਸਾਰਾ ਕੁਝ ਪਰਮਾਤਮਾ ਦਾ ਭਾਣਾ, ਉਹਦੇ ਹੁਕਮ ਦੀ ਖੇਡ ਹੈ। ਉਸੇ ਦੇ ਵਿੱਚ ਹੀ ਸਾਰੀ ਦੀ ਸਾਰੀ ਕੁਦਰਤ ਲਗਾਤਾਰ ਚੱਲ ਰਹੀ ਹੈ। ਜਿਵੇਂ ਜਿਵੇਂ ਕਾਦਰ ਘਟਨਾਵਾਂ ਵਰਤਾਉਂਦਾ ਹੈ, ਉਸੇ ਤਰ੍ਹਾਂ ਸੰਸਾਰ ਦੀ ਖੇਡ ਚੱਲਦੀ ਜਾਂਦੀ ਹੈ। ਸੋ ਕਬੀਰ ਸਾਹਿਬ ਕਹਿੰਦੇ ਤਿਸ ਬਿਨ ਦੂਸਰ ਕੋ ਨਹੀਂ, ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਦੂਜੇ 'ਤੇ ਟੇਕ ਰੱਖਣ ਦੀ ਲੋੜ ਨਹੀਂ ਹੈ, ਕੇਵਲ ਇੱਕ ਵਾਹਿਗੁਰੂ 'ਤੇ ਟੇਕ ਰੱਖੋ, ਕਿਉਂਕਿ ਸਾਰੀਆਂ ਦੀਆਂ ਸਾਰੀਆਂ ਘਟਨਾਵਾਂ ਦਾ ਕਾਰਨ ਬਣਾਉਣ ਵਾਲਾ ਕੇਵਲ ਉਹ ਇੱਕ ਪਰਮਾਤਮਾ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਤੁਧ ਬਿਨ ਦੂਜਾ ਨਾਹੀਂ ਕੋਈ। ਇਸ ਤੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਿ ਕਬੀਰ ਫਲ ਲਾਗੇ ਫਲਨ, ਪੱਕਣ ਲਾਗੇ ਆਂਬ। ਇੱਕ ਅੰਬ ਦੀ ਉਦਾਹਰਣ ਦੇ ਕੇ ਕਬੀਰ ਸਾਹਿਬ ਜੀ ਸਮਝਾ ਰਹੇ ਨੇ ਕਿ ਜੇ ਤੇ ਮਾਲਕ ਤੱਕ ਪਹੁੰਚਣਾ ਚਾਹੁੰਦੇ ਹਾਂ, ਦ੍ਰਿੜਤਾ ਬਣਾ ਕੇ ਰੱਖਣੀ ਪਵੇਗੀ, ਮੂਲ ਦੇ ਨਾਲ ਜੁੜੇ ਰਹਿਣਾ ਪਵੇਗਾ, ਫਿਰ ਕਬੂਲ ਪੈ ਸਕਦੇ ਹਾਂ। ਤੇ ਜੇ ਮੂਲ ਤੋਂ ਟੁੱਟ ਗਏ ਫਿਰ ਬਿਖਰ ਜਾਵਾਂਗੇ, ਫਿਰ ਕਿਸੇ ਲੇਖੇ ਨਹੀਂ। ਉਹਨਾਂ ਨੇ ਦਿੱਤੀ ਹੈ ਅੰਬ ਦੀ ਉਦਾਹਰਣ। ਕਹਿੰਦੇ ਵੇਖੋ ਫਲ ਲਾਗੇ ਫਲਨ, ਪੱਕਣ ਲਾਗੇ ਆਂਬ। ਜਦੋਂ ਅੰਬ ਦੇ ਦਰਖਤ ਨੂੰ ਫਲ ਪੈਂਦਾ ਹੈ ਤੇ ਕਿਵੇਂ ਸਾਰਾ ਦਰਖਤ ਅੰਬ ਦੇ ਬੂਰ ਦੇ ਨਾਲ ਭਰਿਆ ਹੁੰਦਾ ਹੈ, ਪਰ ਕੀ ਹੁੰਦਾ ਹੈ, ਹਵਾਵਾਂ ਚੱਲਦੀਆਂ ਹਨ ਤੇ ਬਹੁਤਾ ਬੂਰ ਝੜ ਜਾਂਦਾ ਹੈ। ਉਸ ਬੂਰ ਤੋਂ ਜਿਹੜੀਆਂ ਅੰਬੀਆਂ ਹੁੰਦੀਆਂ ਹਨ ਥੋੜੀਆਂ ਹੁੰਦੀਆਂ ਹਨ, ਜਿੰਨਾ ਬੂਰ ਓਨਾ ਨਹੀਂ। ਤੇ ਜਿਵੇਂ ਜਿਵੇਂ ਅੱਗੇ ਅੱਗੇ ਸਮਾਂ ਬੀਤਦਾ ਜਾਂਦਾ ਹੈ, ਅੰਬੀਆਂ ਦੇ ਵਿੱਚੋਂ ਵੀ ਕੁਝ ਛੋਟੀਆਂ ਛੋਟੀਆਂ ਹੀ ਘਿਰ ਜਾਂਦੀਆਂ, ਕਈਆਂ ਨੂੰ ਪੰਛੀ ਖਾ ਲੈਂਦੇ ਹਨ। ਤੇ ਜਦੋਂ ਐਨ ਉਹ ਅੰਬੀਆਂ ਵੱਡੇ ਅੰਬ ਬਣਨ ਤੱਕ ਜਾਂਦੀਆਂ ਹਨ, ਉਹਨਾਂ ਦਿਨਾਂ ਦੇ ਵਿੱਚ ਕਿਵੇਂ ਹਵਾਵਾਂ ਆਉਂਦੀਆਂ ਨੇ, ਹਵਾ ਦੇ ਬੁੱਲੇ ਆਉਂਦੇ ਹਨ ਤੇ ਉਹ ਅੰਬੀਆਂ ਅੰਬ ਦੇ ਦਰਖਤ ਤੋਂ ਹੇਠਾਂ ਡਿੱਗ ਜਾਂਦੀਆਂ ਹਨ। ਜਿੰਨਾ ਬੂਰ ਅੰਬ ਨੂੰ ਲੱਗਿਆ ਸੀ ਓਨਾ ਫਲਿਆ ਨਹੀਂ, ਜਿੰਨਾ ਫਲਿਆ ਓਨਾ ਅੱਗੇ ਫੁੱਲਿਆ ਨਹੀਂ, ਤੇ ਜਿੰਨਾ ਅੱਗੇ ਫੁੱਲਿਆ ਓਨਾ ਅੱਗੇ ਪੱਕਿਆ ਨਹੀਂ। ਤੇ ਜਿਹੜੇ ਪੱਕਣੇ ਵੀ ਸ਼ੁਰੂ ਹੁੰਦੇ ਹਨ, ਕਈ ਵਾਰ ਹਵਾਵਾਂ ਉਦੋਂ ਵੀ ਇੰਨੀਆਂ ਤੇਜ਼ ਚੱਲਦੀਆਂ ਹਨ ਕਿ ਉਹ ਵੀ ਡਿੱਗ ਜਾਂਦੇ ਹਨ ਤੇ ਉਹ ਵੀ ਖਰਾਬ ਹੋ ਗਏ। ਕਬੀਰ ਸਾਹਿਬ ਕਹਿੰਦੇ ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੈ ਖਸਮ ਕੋ, ਜੋ ਬੀਚ ਨਾ ਖਾਈ ਕਾਂਬ। ਅਖੀਰ ਫਿਰ ਸਾਡੇ ਤੱਕ ਕਿਹੜੇ ਅੰਬ ਪਹੁੰਚਦੇ ਹਨ? ਜਿਹੜੇ ਕਿਸੇ ਤਰ੍ਹਾਂ ਦੀ ਹਵਾ ਦੇ ਵਿੱਚ ਦਰਖਤ ਤੋਂ ਟੁੱਟ ਕੇ ਅਲੱਗ ਨਹੀਂ ਹੋਏ, ਅਖੀਰ ਤੱਕ ਦਰਖਤ ਤੇ ਰਹੇ, ਪੱਕ ਗਏ, ਤੇ ਜਿਹੜੇ ਪੱਕੇ ਉਹਨਾਂ ਨੂੰ ਮਾਲਕ ਨੇ ਤੋੜਿਆ, ਅੱਗੇ ਵੇਚਿਆ, ਅੱਗੇ ਸਾਡੇ ਤੱਕ ਪਹੁੰਚਦੇ ਹਨ ਉਹ ਫਲ। ਮਾਲਕ ਦੇ ਕੰਮ ਕਿਹੜੇ ਆਏ, ਮਾਲਕ ਤੱਕ ਕਿਹੜੇ ਪਹੁੰਚੇ? ਜਿਹੜੇ ਵਿਚਕਾਰ ਦੀਆਂ ਹਵਾਵਾਂ ਨੂੰ ਆਪਣੇ ਆਪ ਤੇ ਬਰਦਾਸ਼ਤ ਕਰਦੇ ਰਹੇ, ਜਿਹੜੇ ਹਵਾਵਾਂ ਦੇ ਤੇਜ਼ ਬੁੱਲਿਆਂ ਦੇ ਵਿੱਚ ਵੀ ਆਪਣੇ ਮੂਲ ਤੋਂ ਨਹੀਂ ਟੁੱਟੇ। ਇਹ ਇੱਕ ਦ੍ਰਿਸ਼ਟਾਂਤ ਹੈ। ਸਾਡੀ ਜ਼ਿੰਦਗੀ ਰੂਪੀ ਸਫ਼ਰ ਅੰਦਰ ਬੜੀਆਂ ਤਰ੍ਹਾਂ ਦੀਆਂ ਮਾਇਆ ਦੀਆਂ ਹਵਾਵਾਂ, ਦੁੱਖਾਂ ਸੁੱਖਾਂ ਦੇ ਤੂਫਾਨ ਬੜੇ ਆਉਂਦੇ ਹਨ, ਹਨੇਰੀਆਂ ਬੜੀਆਂ ਆਉਂਦੀਆਂ ਹਨ, ਜਾਂ ਆਪਾਂ ਇੱਦਾਂ ਕਹਿ ਲਈਏ ਇਹ ਜ਼ਿੰਦਗੀ ਰੂਪੀ ਸਫ਼ਰ ਅੰਦਰ ਪਲ ਪਲ ਡੋਲਣ ਦਾ, ਪਲ ਪਲ ਭਟਕਣ ਦਾ ਖਤਰਾ ਬਣਿਆ ਰਹਿੰਦਾ ਹੈ। ਔਰ ਨਿਤਾ ਪ੍ਰਤੀ ਲੋਕ ਭਟਕਦੇ ਨੇ, ਡੋਲਦੇ ਨੇ, ਗੁਰੂ ਤੋਂ ਟੁੱਟਦੇ ਹਨ। ਕੁਝ ਸੁੱਖ ਵੇੜੇ ਟੁੱਟ ਜਾਂਦੇ, ਕੁਝ ਦੁੱਖ ਵੇੜੇ ਟੁੱਟ ਜਾਂਦੇ ਹਨ।
ਕੁਝ ਪਦਾਰਥਾਂ ਦੇ ਲਾਲਚ ਦੇ ਵਿੱਚ ਆ ਕੇ ਟੁੱਟ ਜਾਂਦੇ, ਕੁਝ ਹੰਕਾਰ ਕਰਕੇ ਟੁੱਟ ਜਾਂਦੇ, ਕੁਝ ਮੋਹ ਮਮਤਾ ਕਰਕੇ ਟੁੱਟ ਜਾਂਦੇ। ਇਹ ਹਵਾਵਾਂ ਜ਼ਿੰਦਗੀ ਦੇ ਸਫ਼ਰ ਅੰਦਰ ਲਗਾਤਾਰ ਚੱਲਦੀਆਂ ਹਨ, ਪਰ ਅਖੀਰ ਪ੍ਰਵਾਨ ਕਿਹੜੇ ਪੈਂਦੇ ਹਨ? ਜਿਹੜੇ ਐਨ ਅਖੀਰ ਤੱਕ ਮੂਲ ਦੇ ਨਾਲ ਜੁੜੇ ਰਹਿੰਦੇ ਹਨ। ਹਰ ਤਰ੍ਹਾਂ ਦੀਆਂ ਦੁੱਖਾਂ ਸੁੱਖਾਂ ਵਿਸ਼ਿਆਂ ਵਿਕਾਰਾਂ ਦੀਆਂ ਠੰਡੀਆਂ ਤੱਤੀਆਂ ਹਵਾਵਾਂ ਨੂੰ ਜਿਹੜੇ ਆਪਣੇ ਆਪ 'ਤੇ ਬਰਦਾਸ਼ਤ ਕਰੀ ਜਾਂਦੇ, ਸਹਾਰੀ ਜਾਂਦੇ ਹਨ, ਉਹ ਫਿਰ ਕਬੂਲ ਪੈਂਦੇ ਹਨ। ਜਿਹਨੂੰ ਬਾਣੀ 'ਚ ਮਹਾਰਾਜ ਕਹਿੰਦੇ, ਰੱਤੇ ਸਈ ਜੇ ਮੁਖ ਨਾ ਮੁੜਨ ਜਿੰਨੀ ਸਿਆਤਾ ਸਾਈ, ਝੜ ਝੜ ਪਵੰਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਗੁਰੂ ਸਾਹਿਬਾਨਾਂ ਨੇ ਉਹਦਾ ਪ੍ਰੀਖਿਆਵਾਂ ਲਈਆਂ। ਗੁਰੂ ਕਲਗੀਧਰ ਮਹਾਰਾਜ ਨੇ ਜਦੋਂ ਆਨੰਦਪੁਰ ਕੇਸਗੜ੍ਹ ਦੇ ਮੈਦਾਨ 'ਚ ਕਿਹਾ ਸੀ ਕਿ ਸਾਨੂੰ ਇੱਕ ਸੀਸ ਦੀ ਲੋੜ ਹੈ ਕੋਈ ਗੁਰੂ ਦਾ ਬੇਟਾ ਜਿਹੜਾ ਕਰੇ ਸੀਸ ਭੇਟਾ। ਇੱਕ ਤੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਅੱਗੇ ਹੋ ਕੇ ਕਿਹਾ, ਮਹਾਰਾਜ ਇਹ ਸੀਸ ਤਾਂ ਪਹਿਲਾਂ ਵੀ ਤੁਹਾਡਾ ਸੀ, ਹੁਣ ਵੀ ਤੁਹਾਡਾ ਹੈ। ਉਹ ਤਾਂ ਸਨ ਗੁਰੂ ਕੇ ਪਿਆਰੇ, ਪਰ ਉਹਨਾਂ ਤੋਂ ਬਿਨਾਂ ਬੜੇ ਐਸੇ ਵੀ ਸਨ ਜਿਨ੍ਹਾਂ ਨੇ ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕੀ ਹੋ ਗਿਆ ਹੈ? ਗੁਰੂ ਤੇ ਜੀਵਨ ਦਿੰਦਾ ਹੈ, ਅੱਜ ਗੁਰੂ ਨੇ ਹੱਥ 'ਚ ਸ਼ਮਸ਼ੀਰ ਫੜ ਕੇ ਤੇ ਸਿੱਖ ਵੱਢਣੇ ਸ਼ੁਰੂ ਕਰ ਦਿੱਤੇ ਹਨ। ਉਹ ਜਿਹੜੇ ਕੱਚੇ ਸਨ, ਜਿਨ੍ਹਾਂ ਦੀ ਬਿਰਤੀ ਕੱਚੀ ਸੀ, ਉਹ ਥਿੜਕ ਗਏ, ਉਹਨਾਂ ਨੂੰ ਭਰੋਸਾ ਨਹੀਂ ਬਣਿਆ। ਪਹਿਲੇ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਸਤਿਗੁਰਾਂ ਨੇ ਪ੍ਰੀਖਿਆਵਾਂ ਸਮੇਂ-ਸਮੇਂ 'ਤੇ ਲਈਆਂ। ਭਾਈ ਜੇਠੇ ਭਾਈ ਰਾਮੇ ਦੀ ਪ੍ਰੀਖਿਆ ਹੋਈ। ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਰ ਪ੍ਰੀਖਿਆ ਨੂੰ ਸਿਦਕ ਭਰੋਸੇ ਦ੍ਰਿੜਤਾ ਤੇ ਗੁਰੂ ਦੀ ਰਹਿਮਤ ਸਦਕਾ ਪਾਸ ਕੀਤਾ, ਪਰ ਭਾਈ ਰਾਮੇ ਦੀ ਬਿਰਤੀ ਥਿੜਕ ਗਈ। ਭਾਈ ਡੱਲਾ ਸਾਬੋ ਕੀ ਤਲਵੰਡੀ ਪਹਿਲਾਂ ਬੜੇ ਦਾਅਵੇ ਕਰਦਾ ਸੀ, ਮਹਾਰਾਜ ਤੁਸੀਂ ਮੇਰੇ ਯੋਧਿਆਂ ਨੂੰ ਸੱਦਦੇ ਆਨੰਦਪੁਰ ਚਮਕੌਰ। ਉਹਨਾਂ ਨੇ ਮੁਗਲਾਂ ਦੇ ਸਾਹਮਣੇ ਐਸੇ ਸੀਨੇ ਤਾਨਣੇ ਸਨ, ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਕੋਈ ਤੁਹਾਡੇ ਤੱਕ, ਤੁਹਾਡੇ ਬੱਚਿਆਂ ਤੱਕ ਪਹੁੰਚ ਸਕਦਾ। ਤੇ ਜਿੱਦਣ ਫਿਰ ਸਤਿਗੁਰਾਂ ਨੇ ਪਰਖਿਆ, ਸਿੱਖ ਆਇਆ ਬੰਦੂਕ ਲੈ ਕੇ, ਮਹਾਰਾਜ ਕਹਿਣ ਲੱਗੇ, ਡੱਲਿਆ ਨਿਸ਼ਾਨਾ ਪਰਖਣਾ ਕੋਈ ਲਿਆ, ਆਪਣਾ ਯੋਧਾ ਸਾਹਮਣੇ ਖੜਾ ਕਰ, ਉਹਦੇ ਸੀਨੇ 'ਚ ਗੋਲੀ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖੀਏ। ਤੇ ਭਾਈ ਡੱਲਾ ਆਪਣੇ ਸਿਪਾਹੀਆਂ ਦੇ ਕੋਲ ਵੀ ਗਿਆ, ਆਪ ਵੀ ਮਨ 'ਚ ਸੋਚਦਾ, ਕਮਾਲ ਹੈ, ਬੰਦੂਕ ਦਾ ਨਿਸ਼ਾਨਾ ਹੀ ਪਰਖਣਾ, ਫਿਰ ਬੰਦਾ ਮਾਰਨ ਦੀ ਕੀ ਲੋੜ ਸੀ। ਬੜਿਆਂ ਕੋਲ ਗਿਆ, ਸਾਰੇ ਕਹਿਣ ਲੱਗੇ ਨਾ ਇੱਦਾਂ ਕਿਉਂ, ਅੱਗੇ ਹੋ ਕੇ ਮਰੀਏ, ਮੈਦਾਨੇ ਜੰਗ ਦੀ ਗੱਲ ਤਾਂ ਹੋਰ ਹੈ। ਡੱਲਾ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਨਿਸ਼ਾਨਾ ਹੀ ਪਰਖਣਾ, ਉਹਦੇ ਲਈ ਬੰਦਾ ਮਾਰਨ ਦੀ ਕੀ ਲੋੜ ਹੈ। ਮਹਾਰਾਜ ਕਹਿਣ ਲੱਗੇ, ਡੱਲਿਆ ਕੱਲਾ ਨਿਸ਼ਾਨਾ ਹੀ ਨਹੀਂ ਪਰਖਣਾ, ਤੇਰਾ ਸਿਦਕ ਵੀ ਪਰਖਣਾ ਹੈ। ਜਿਨ੍ਹਾਂ ਯੋਧਿਆਂ ਦਾ ਤੂੰ ਬੜਾ ਮਾਣ ਕਰਦਾ ਹੈ, ਉਹਨਾਂ ਦਾ ਸਿਦਕ ਵੀ ਪਰਖਣਾ, ਕੱਲਾ ਬੰਦੂਕ ਨਹੀਂ ਪਰਖਣੀ ਹੈ। ਕਹਿਣ ਲੱਗਾ, ਮਹਾਰਾਜ ਸਿਦਕ ਤੇ ਮੇਰੇ 'ਚ ਤੇ ਮੇਰੇ ਯੋਧਿਆਂ 'ਚ ਬੜਾ ਹੈ, ਪਰ ਮੈਦਾਨੇ ਜੰਗ 'ਚ ਲੜਨਾ ਹੋਰ, ਇੱਦਾਂ ਸਾਹਮਣੇ ਬੰਦੂਕ ਦੇ ਕੌਣ ਖਲੋ ਸਕਦਾ ਹੈ? ਕੋਈ ਨਹੀਂ ਖਲੋ ਸਕਦਾ, ਕੋਈ ਨਹੀਂ ਕਹਿ ਸਕਦਾ ਮੇਰੇ ਸੀਨੇ 'ਚ ਗੋਲੀ ਮਾਰੋ। ਮਹਾਰਾਜ ਕਹਿਣ ਲੱਗੇ, ਡੱਲਿਆ ਇੱਦਾਂ ਖਲੋਣ ਵਾਲੇ ਵੀ ਸਾਡੇ ਕੋਲ ਮੌਜੂਦ, ਉਹ ਖਲੋ ਸਕਦੇ ਜਿਹੜੇ ਚਮਕੌਰ ਸਾਡੇ ਨਾਲ ਖਲੋਤੇ ਸਨ, ਜਿਹੜੇ ਆਨੰਦਪੁਰ ਸਾਡੇ ਨਾਲ ਖਲੋਤੇ ਸਨ, ਉਹ ਅੱਜ ਵੀ ਬੰਦੂਕ ਦੇ ਸਾਹਮਣੇ ਖਲੋ ਸਕਦੇ ਨੇ। ਤੇ ਭਾਈ ਡੱਲਾ ਜਦੋਂ ਗੱਲ ਮੰਨੇ ਨਾ, ਮਹਾਰਾਜ ਨੇ ਆਵਾਜ਼ ਮਾਰੀ, ਆਓ ਭਾਈ ਕੋਈ ਸਿੱਖ, ਅਸੀਂ ਗੋਲੀ ਮਾਰ ਕੇ ਤੇ ਬੰਦੂਕ ਦਾ ਨਿਸ਼ਾਨਾ ਪਰਖਣਾ। ਤੇ ਦੋ ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ ਪਿਓ ਪੁੱਤ ਸਨ, ਦੌੜਦੇ ਹੋਏ ਸਤਿਗੁਰਾਂ ਦੇ ਸਾਹਮਣੇ ਆਣ ਖਲੋਤੇ ਤੇ ਦੋਵੇਂ ਇੱਕ ਦੂਜੇ ਤੋਂ ਅੱਗੇ ਹੋ ਕੇ ਕਹਿੰਦੇ ਨੇ, ਮਹਾਰਾਜ ਮੇਰਾ ਸੀਨਾ ਹਾਜ਼ਰ ਹੈ, ਤੁਸੀਂ ਇੱਥੇ ਗੋਲੀ ਮਾਰੋ ਤੇ ਬੰਦੂਕ ਦਾ ਨਿਸ਼ਾਨਾ ਪਰਖੋ। ਦੂਜਾ ਅੱਗੇ ਹੋ ਕੇ ਕਹਿੰਦਾ, ਮੇਰਾ ਸੀਨਾ ਹਾਜ਼ਰ ਹੈ, ਇੱਥੇ ਗੋਲੀ ਮਾਰੋ ਤੇ ਨਿਸ਼ਾਨਾ ਪਰਖੋ। ਮਹਾਰਾਜ ਕਹਿਣ ਲੱਗੇ, ਇਹ ਹਨ ਸਾਡੇ ਸਿੱਖ, ਜਿਨ੍ਹਾਂ ਦੇ ਕਰਕੇ 10 ਲੱਖ ਦੀ ਫੌਜ ਵੀ ਸਾਨੂੰ ਕੁਝ ਨਾ ਲੱਗੀ ਤੇ 8 ਮਹੀਨਿਆਂ ਦਾ ਘੇਰਾ ਵੀ ਕੁਝ ਨਾ ਲੱਗਿਆ। ਹੁਣ ਇਹ ਹਨ ਉਹ ਯੋਧੇ ਜਿਹੜੇ ਐਨ ਪੱਕੇ ਹਨ ਤੇ ਮਾਲਕ ਤੱਕ ਪਹੁੰਚੇ, ਮਾਲਕ ਦੇ ਦਰ ਤੇ ਕਬੂਲ ਪਏ। ਦੂਜੇ ਪਾਸੇ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਦੇ ਅੰਦਰ ਭਰੋਸਾ ਨਹੀਂ ਸੀ, ਉਹ ਝੜ ਗਏ। ਤੇ ਜਿਹੜੇ ਝੜ ਜਾਂਦੇ ਉਹ ਮਾਲਕ ਤੱਕ ਨਹੀਂ ਪਹੁੰਚਦੇ, ਉਹ ਮੁੱਲ ਨਹੀਂ ਉਹਨਾਂ ਦਾ ਪੈਂਦਾ।
ਸੋ ਕਬੀਰ ਸਾਹਿਬ ਕਹਿੰਦੇ ਅੰਬ ਵਾਲੇ ਪਾਸੇ ਵੇਖੋ, ਅੰਬ ਅਖੀਰ ਤੇ ਉਹ ਪ੍ਰਵਾਨ ਪੈਂਦਾ ਜਿਹੜਾ ਹਰ ਤਰ੍ਹਾਂ ਦੀ ਹਵਾ ਨੂੰ ਆਪਣੇ ਆਪ ਤੇ ਬਰਦਾਸ਼ਤ ਕਰਕੇ ਟਿਕਿਆ ਰਹਿੰਦਾ ਹੈ। ਇਸੇ ਤਰ੍ਹਾਂ ਦੁੱਖਾਂ ਸੁੱਖਾਂ ਦੀਆਂ ਹਵਾਵਾਂ ਜ਼ਿੰਦਗੀ 'ਚ ਬੜੀਆਂ ਚੱਲਦੀਆਂ ਨੇ। ਜੇ ਖਸਮ ਤੱਕ ਪਹੁੰਚਣਾ, ਮਾਲਕ ਤੱਕ ਪਹੁੰਚਣਾ, ਤੇ ਵਿਚਕਾਰ ਦੇ ਇਹ ਵਿਸ਼ਿਆਂ ਵਿਕਾਰਾਂ, ਦੁੱਖਾਂ ਸੁੱਖਾਂ, ਬੇਪਰਤੀਤੀ ਦੀ ਹਵਾ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਪਵੇਗਾ। ਅੱਗੇ ਕਬੀਰ ਸਾਹਿਬ 135 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਕਬੀਰ ਠਾਕੁਰ ਪੂਜੈ ਮੋਲ ਲੇ, ਮਨ ਹਠ ਤੀਰਥ ਜਾਹੇ। ਕਬੀਰ ਸਾਹਿਬ ਕਹਿੰਦੇ ਬੜੇ ਲੋਕ ਐਸੇ ਹਨ ਜਿਹੜੇ ਬਸ ਵੇਖਾ ਵੇਖੀ ਕਰਮ ਕਰਦੇ ਹਨ। ਕਰਮ ਕਿਉਂ ਕਰ ਰਹੇ ਹਾਂ ਉਹ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਲੋਕ ਬਾਹਰ ਤੋਂ ਕੋਈ ਮੂਰਤੀ ਖਰੀਦ ਕੇ ਲਿਆਉਂਦੇ, ਉਹਨੂੰ ਘਰ 'ਚ ਟਿਕਾ ਕੇ ਤੇ ਉਹਨੂੰ ਭਗਵਾਨ ਸਮਝ ਕੇ ਫਿਰ ਉਹਦੀ ਪੂਜਾ ਕਰਦੇ ਹਨ। ਜਾਂ ਤੀਰਥ ਤੇ ਦੂਜੇ ਜਾਂਦੇ ਹਨ, ਵੇਖਾ ਵੇਖੀ ਉਹ ਵੀ ਤੀਰਥ ਤੇ ਤੁਰ ਪਏ। ਦੇਖਾ ਦੇਖੀ ਸਵਾਂਗ ਧਾਰ, ਭੂਲੇ ਭਟਕਾ ਖਾਹੇ। ਕਹਿੰਦੇ ਇੱਦਾਂ ਫਿਰ ਜਿਹੜੇ ਲੋਕ ਅਸਲੀ ਧਰਮ ਕੀ ਹੈ, ਪਰਮੇਸ਼ਰ ਨੂੰ ਕਿੱਦਾਂ ਪੂਜਣਾ ਹੈ, ਕਿਹੜੇ ਕਰਮ ਕਰਨੇ ਚਾਹੀਦੇ, ਕਿਹੜੇ ਨਹੀਂ ਕਰਨੇ ਚਾਹੀਦੇ, ਉਹਨਾਂ ਨੂੰ ਸਮਝਣ ਤੋਂ ਬਿਨਾਂ ਕੇਵਲ ਵੇਖਾ ਵੇਖੀ ਕਰਦੇ ਰਹਿੰਦੇ ਹਨ। ਉਹ ਫਿਰ ਭੁੱਲੇ ਭਟਕੇ ਹੀ ਰਹਿੰਦੇ, ਉਹ ਕਿਸੇ ਜਗ੍ਹਾ 'ਤੇ ਪਹੁੰਚਦੇ ਨਹੀਂ ਹਨ। ਜਿਹੜੇ ਕੇਵਲ ਬਾਹਰ ਦੇ ਕਰਮ ਕਾਂਡਾਂ 'ਚ ਫਸੇ ਹਨ, ਮੂਰਤੀ ਪੂਜਣ 'ਚ ਜਾਂ ਤੀਰਥਾਂ ਦੀ ਯਾਤਰਾ 'ਚ ਅਟਕੇ ਪਏ ਨੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਕਬੀਰ ਸਾਹਿਬ ਕਹਿੰਦੇ ਵੇਖੋ, ਪੱਥਰ ਦੀ ਮੂਰਤੀ ਤਿਆਰ ਕੀਤੀ, ਉਹਨੂੰ ਫਿਰ ਨਾਮ ਦੇ ਦਿੱਤਾ ਗਿਆ ਭਗਵਾਨ ਦਾ। ਜਿੱਦਾਂ ਦੀ ਉਹਦੀ ਸ਼ਕਲ ਘੜੀ ਗਈ ਉਸੇ ਤਰ੍ਹਾਂ ਦਾ ਨਾਮ ਦਿੱਤਾ ਗਿਆ ਤੇ ਉਹਨੂੰ ਪਰਮੇਸ਼ਰ ਕਹਿ ਕੇ ਲੋਕ ਪੂਜਦੇ ਹਨ। ਇੱਕ ਜਗ੍ਹਾ ਹੋਰ ਗੁਰੂ ਕੀ ਬਾਣੀ ਦਾ ਬਚਨ ਹੈ ਕਿ ਜੇ ਵਾਕਿਆ ਹੀ ਉਹ ਪਰਮੇਸ਼ਰ ਹੋਵੇ, ਫਿਰ ਸਭ ਤੋਂ ਪਹਿਲਾਂ ਉਹਨੂੰ ਖਤਮ ਕਰੇ ਜਿਹਨੇ ਉਹ ਮੂਰਤੀ ਨੂੰ ਤਿਆਰ ਕੀਤਾ ਹੈ, ਜਿਹਨੇ ਉਸ ਮੂਰਤੀ ਨੂੰ ਤਿਆਰ ਕੀਤਾ ਹੈ। ਕਿਉਂਕਿ ਮੂਰਤੀ ਘੜਨ ਵਾਲਾ ਪਖਾਣ ਗੜ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਉ। ਪੱਥਰ ਸੀ ਪਹਿਲਾਂ, ਘੜਨ ਵਾਲੇ ਨੇ ਤੇਸੀ ਦੇ ਨਾਲ, ਸ਼ੈਣੀ ਦੇ ਨਾਲ, ਹੋਰ ਜਿੰਨੇ ਔਜ਼ਾਰ ਸਨ ਉਹਨਾਂ ਦੇ ਨਾਲ ਉਹ ਪੱਥਰ ਨੂੰ ਘੜਿਆ। ਤੇ ਜਦੋਂ ਉਹ ਪੱਥਰ ਨੂੰ ਘੜਦਾ ਹੈ, ਮੂੰਹ ਨੂੰ ਘੜਦੇ ਸਮੇਂ ਤੇ ਉਹ ਉਹਦੀ ਛਾਤੀ ਵਾਲੇ ਪਾਸੇ ਬਹਿ ਕੇ ਫਿਰ ਮੂੰਹ ਨੂੰ ਉਹ ਘੜਦਾ ਹੈ ਘੜਨ ਵਾਲਾ, ਤੇ ਮੂੰਹ ਤੇ ਸੱਟਾਂ ਮਾਰ ਰਿਹਾ ਹੈ, ਛਾਤੀ ਦੇ ਉੱਤੇ ਪੈਰ ਰੱਖਿਆ ਹੋਇਆ ਹੈ। ਤੇ ਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਪਾਖਾਨ ਗੜ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਉ। ਜੇ ਇਹ ਮੂਰਤ ਸਾਚੀ ਹੈ ਤਾਂ ਗਾੜਨ ਹਾਰੇ ਖਾਓ। ਜੇ ਵਾਕਿਆ ਹੀ ਉਹ ਮੂਰਤ ਸੱਚੀ ਹੁੰਦੀ, ਸਭ ਤੋਂ ਪਹਿਲਾਂ ਉਹਨੂੰ ਖਤਮ ਕਰਦੀ ਜਿਹੜਾ ਉੱਤੇ ਛਾਤੀ ਤੇ ਪੈਰ ਰੱਖ ਕੇ ਬੈਠਾ, ਜਿਹੜਾ ਮੂੰਹ ਤੇ ਸ਼ੈਣੀਆਂ ਤੇਸੀਆਂ ਮਾਰ ਰਿਹਾ, ਧੌੜੇ ਮਾਰ ਰਿਹਾ, ਉਹਨੂੰ ਖਤਮ ਕਰਦੀ। ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਕੇਵਲ ਇਹ ਸਾਡਾ ਸਮਾਜ ਦਾ, ਲੋਕਾਂ ਦਾ ਇੱਕ ਵਹਿਮ ਹੈ ਕਿ ਸ਼ਾਇਦ ਪੱਥਰ ਦੀ ਮੂਰਤੀ ਭਗਵਾਨ ਹੈ। ਗੁਰੂ ਕਲਗੀਧਰ ਮਹਾਰਾਜ ਨੇ ਵੀ ਇਹ ਸਾਨੂੰ ਸਮਝਾਇਆ ਹੈ, ਕਾਹੇ ਕੋ ਪੂਜਤ ਹੋ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਆ। ਪਰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਖੀਆਂ ਨੇ ਜਿਹੜੀਆਂ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਦੇ ਨਾਲ ਵੀ ਜੋੜ ਦਿੱਤੀਆਂ ਗਈਆਂ। ਭਗਤ ਧੰਨਾ ਜੀ ਦੇ ਨਾਲ ਇਹ ਸਾਖੀ ਜੋੜੀ ਗਈ ਜੀ। ਉਹਨਾਂ ਨੇ ਪੱਥਰ ਦੀ ਪੂਜਾ ਕੀਤੀ ਤੇ ਪੱਥਰ 'ਚੋਂ ਭਗਵਾਨ ਪ੍ਰਗਟ ਹੋਇਆ। ਹਾਲਾਂਕਿ ਭਗਤ ਜੀ ਦੀ ਜਦੋਂ ਆਪਾਂ ਬਾਣੀ ਪੜ੍ਹੀਏ ਨਾ, ਉਹ ਦੱਸਦੇ ਹਨ ਕਿ ਸਾਨੂੰ ਰੱਬ ਕਿੱਥੋਂ ਮਿਲਿਆ। ਹੁਣ ਇੱਕ ਵੇਖੋ, ਬਾਹਰ ਦੀਆਂ ਕਿਸੇ ਤੀਜੇ ਵੱਲੋਂ ਘੜੀ ਹੋਈ ਘਟਨਾ ਹੈ, ਕਹਾਣੀ ਹੈ। ਇੱਕ ਉਹਨਾਂ ਨੇ ਆਪ ਬੋਲ ਕੇ ਦੱਸਿਆ ਕਿ ਸਾਨੂੰ ਰੱਬ ਕਿੱਥੋਂ ਮਿਲਿਆ ਹੈ। ਸੋ ਅਸੀਂ ਭਗਤ ਜੀ ਦੇ ਬੋਲਾਂ ਤੇ ਭਰੋਸਾ ਕਰਨਾ, ਜਿਹੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ 'ਚ ਹਨ। ਬਾਹਰ ਦੀਆਂ ਘੜੀਆਂ ਕਹਾਣੀਆਂ ਵਾਲੇ ਪਾਸੇ ਨਹੀਂ ਭਟਕਣਾ। ਉਹ ਕਹਿੰਦੇ ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸੰਭਾਲਿਆ। ਉਹ ਕਹਿੰਦੇ ਰੱਬ ਰੂਪੀ, ਪਰਮੇਸ਼ਰ ਰੂਪੀ ਧਨ ਧਨੇ ਨੇ ਪ੍ਰਾਪਤ ਕਰ ਲਿਆ। ਪਰ ਕਿੱਦਾਂ ਪ੍ਰਾਪਤ ਕੀਤਾ ਹੈ? ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਜੁੜ ਕੇ, ਪਰਮਾਤਮਾ ਦੇ ਭਗਤਾਂ ਦੀ ਸੰਗਤ ਦੇ ਵਿੱਚ ਜੁੜ ਕੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਉਹ ਜਿਹੜਾ ਸ਼ਬਦ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਕੀਣਾ।
ਉਹਦੇ 'ਚ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ, ਭਗਤ ਸੈਣ ਜੀ, ਭਗਤ ਰਵਿਦਾਸ ਸਾਹਿਬ ਜੀ ਦੀ ਗੱਲ ਕੀਤੀ ਕਿ ਇਹ ਚਾਰ ਭਗਤ ਪਰਮਾਤਮਾ ਦੀ ਭਗਤੀ ਦੇ ਨਾਲ ਜੁੜੇ ਤੇ ਇਹਨਾਂ ਦੀ ਚਾਰੇ ਪਾਸੇ ਵਡਿਆਈ ਫੈਲ ਗਈ। ਭਗਤ ਭਗਤ ਜਗ ਵੱਜਿਆ। ਹੁਣ ਇਹਨਾਂ ਭਗਤਾਂ ਦੀ ਵਡਿਆਈ ਨੂੰ ਸੁਣ ਕੇ, ਕਰਮਾਂ ਨੂੰ, ਬੋਲਾਂ ਨੂੰ ਸੁਣ ਕੇ, ਇਹ ਬਿਦ ਸੁਣ ਕੇ ਜਾਠਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਭਗਤਾਂ ਤੋਂ ਪ੍ਰਭਾਵਿਤ ਹੋ ਕੇ ਧੰਨਾ ਵੀ ਪਰਮਾਤਮਾ ਦੀ ਭਗਤੀ 'ਚ ਜੁੜਿਆ ਤੇ ਪਰਮਾਤਮਾ 'ਚ ਇੱਕ ਮਿੱਕ ਹੋ ਗਿਆ। ਕਬੀਰ ਸਾਹਿਬ ਕਹਿੰਦੇ ਲੋਕ ਪੱਥਰ ਨੂੰ ਪੂਜਣ ਤੇ ਲੱਗੇ ਨੇ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਕਹਿੰਦੇ ਜਿਹੜਾ ਬੰਦਾ ਇਸ ਪਰਵਾਸੇ, ਇਸ ਭਰੋਸੇ ਅਟਕਿਆ ਰਹੇਗਾ ਕਿ ਕਿਸੇ ਪੱਥਰ ਨੂੰ ਪੂਜ ਕੇ ਮੈਂ ਪਰਮੇਸ਼ਰ ਤੱਕ ਪਹੁੰਚ ਜਾਵਾਂਗਾ, ਮੇਰਾ ਜੀਵਨ ਸਫਲ ਹੋ ਜਾਏਗਾ, ਉਹ ਫਿਰ ਕਬੀਰ ਸਾਹਿਬ ਕਹਿੰਦੇ ਪਾਰ ਨਹੀਂ ਜੇ ਲੰਘ ਸਕਦਾ। ਉਹ ਤਾਂ ਡੁੱਬੇਗਾ ਹੀ ਡੁੱਬੇਗਾ, ਰਸਤੇ ਦੇ ਵਿੱਚ ਹੀ ਡੂੰਘੇ ਪਾਣੀ ਦੇ ਵਿੱਚ ਅੱਜ ਵੀ ਡੁੱਬਿਆ ਤੇ ਉਹ ਕੱਲ੍ਹ ਵੀ ਡੁੱਬਿਆ। ਕਿਉਂਕਿ ਪੱਥਰ ਕਿਸੇ ਨੂੰ ਪਾਰ ਨਹੀਂ ਲੰਘਾ ਸਕਦਾ, ਪੱਥਰ ਦੀ ਮੂਰਤੀ ਕਿਸੇ ਨੂੰ ਪਾਰ ਨਹੀਂ ਲੰਘਾ ਸਕਦੀ। ਗੁਰੂ ਨੇ ਸਾਨੂੰ ਗਿਆਨ ਦੇ ਨਾਲ, ਸ਼ਬਦ ਦੇ ਨਾਲ, ਬਾਣੀ ਦੇ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੀ ਕੇਵਲ ਆਪਾਂ ਇਹ ਨਹੀਂ ਹੈ ਕਿ ਬਸ ਬਾਹਰੋਂ ਆਏ ਤੇ ਕੇਵਲ ਪੂਜਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਦਾ ਭਾਵ ਵੀ ਹੈ ਗੁਰੂ ਕੀ ਬਾਣੀ ਦੇ ਨਾਲ ਜੁੜਨਾ, ਬਾਣੀ ਦੇ ਉਪਦੇਸ਼ਾਂ ਦੇ ਨਾਲ ਜੁੜਨਾ, ਤੇ ਜੋ ਗੁਰੂ ਸਾਹਿਬ ਜੀ ਨੇ ਬਾਣੀ ਰਾਹੀਂ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਅੰਦਰ, ਜ਼ਿੰਦਗੀ ਦੇ ਅੰਦਰ ਕਮਾਉਣਾ, ਫਿਰ ਸਾਡਾ ਪਾਰ ਉਤਾਰਾ ਹੋਵੇਗਾ। ਨਹੀਂ ਤੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੈ ਵਿਚਾਰ। ਸੋ ਭਗਤ ਕਬੀਰ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਸਮਝਦੇ ਹੋਏ ਬਾਹਰ ਦੀ ਪੱਥਰ ਪੂਜਾ ਨੂੰ ਛੱਡ ਕੇ ਗਿਆਨ ਪੂਜਾ, ਸ਼ਬਦ ਪੂਜਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ, ਗੁਰਮਤਿ ਸਿਧਾਂਤ ਵਿਚਾਰਧਾਰਾ ਦੇ ਨਾਲ ਜੁੜੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।